ਸੋ ਪਿਆਰੇ ਵਿਦਿਆਰਥੀਓ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪ੍ਰਭ ਬੈਸ ਐਵਰੀਥਿੰਗ ਵਿੱਚ। ਸੋ ਵਿਦਿਆਰਥੀਓ, ਅੱਜ ਦੀ ਵੀਡੀਓ ਦੇ ਵਿੱਚ ਅਸੀਂ 10+2 ਕਲਾਸ ਵਿਸ਼ਾ ਕੰਪਿਊਟਰ ਸਾਇੰਸ ਦੇ ਚੈਪਟਰ ਨੰਬਰ 1 ਦੇ ਕੁਐਸਚਨ ਆਨਸਰ ਅਤੇ ਉਸ ਦੀ ਐਕਸਰਸਾਈਜ਼ ਦੀ ਗੱਲ ਕਰਾਂਗੇ। ਸੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਨਾਲ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਜਿੰਨੀਆਂ ਵੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਲਿੰਕ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਅਤੇ ਤੁਸੀਂ ਆਪਣੀ ਸਟੱਡੀ ਨੂੰ ਕੰਟੀਨਿਊ ਰੱਖ ਸਕੋ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ MCQ ਦੀ, ਯਾਨੀ ਕਿ ਮਲਟੀਪਲ ਚੁਆਇਸ ਕੁਐਸਚਨਸ ਦੀ। ਨੰਬਰ 1, ਡੈਸ਼ ਇਜ਼ ਵਰਡ ਪ੍ਰੋਸੈਸਰ ਸੌਫਟਵੇਅਰ, ਯਾਨੀ ਕਿ ਵਰਡ ਪ੍ਰੋਸੈਸਿੰਗ ਸੌਫਟਵੇਅਰ ਕਿਹੜੇ ਹੁੰਦੇ ਨੇ। MS ਵਰਡ ਜੋ ਹੈ ਉਹ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਨੰਬਰ 2, ਟੂ ਚੈੱਕ ਸਪੈਲਿੰਗ ਐਂਡ ਗ੍ਰਾਮਰ ਡੈਸ਼ ਕੀ ਇਜ਼ ਯੂਜ਼ਡ। MS ਵਰਡ ਦੇ ਵਿੱਚ ਤੁਸੀਂ ਅਗਰ ਸਪੈਲਿੰਗ ਅਤੇ ਗ੍ਰਾਮਰ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ F7 ਕੀ ਦੀ ਵਰਤੋਂ ਕਰਨੀ ਪਏਗੀ, ਯਾਨੀ ਕਿ ਤੁਸੀਂ F7 ਕੀ ਪ੍ਰੈਸ ਕਰਦੇ ਹੋ ਤਾਂ ਤੁਸੀਂ ਆਪਣੇ ਡਾਕੂਮੈਂਟ ਦੀ ਸਪੈਲਿੰਗ ਅਤੇ ਗ੍ਰਾਮਰ ਨੂੰ ਚੈੱਕ ਕਰ ਸਕਦੇ ਹੋ। ਨੰਬਰ 3, ਡੈਸ਼ ਆਪਸ਼ਨ ਇਨ ਵਰਡ ਚੇਂਜਸ ਦਾ ਸਟਰਕਚਰ ਐਂਡ ਲੇਆਊਟ ਆਫ ਪੇਜਸ। ਸਾਡੇ ਜੋ MS ਵਰਡ ਦੇ ਪੇਜ ਦੇ ਲੇਆਊਟ ਤੇ ਉਸਦੀ ਸਟਰਕਚਰ ਹੁੰਦੀ ਹੈ ਉਸਨੂੰ ਅਸੀਂ ਕਿਵੇਂ ਚੇਂਜ ਕਰ ਸਕਦੇ ਹਾਂ। ਅਸੀਂ ਪੇਜ ਸੈਟਅਪ ਆਪਸ਼ਨ ਦੇ ਨਾਲ ਉਸਨੂੰ ਚੇਂਜ ਕਰ ਸਕਦੇ ਹਾਂ। ਨੰਬਰ 4, ਡੈਸ਼ ਇਜ਼ ਐਨ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਯੂਜ਼ ਫॉर ਆਟੋਮੇਟਡ ਕੈਲਕੂਲੇਸ਼ਨਸ। ਉਹ ਕਿਹੜਾ ਸੌਫਟਵੇਅਰ ਹੈ ਜੋ ਆਟੋਮੈਟਿਕਲੀ ਕੈਲਕੂਲੇਟ ਕਰਦਾ ਹੈ। MS ਐਕਸਲ ਇੱਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਕਈ ਪ੍ਰਕਾਰ ਦੀਆਂ ਕੈਲਕੂਲੇਸ਼ਨਸ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਨੰਬਰ 5, ਡੈਸ਼ ਰੈਫਰਸ ਟੂ ਚੇਂਜਿੰਗ ਦਾ ਫੌਂਟ ਸਟਾਈਲ, ਸਾਈਜ਼, ਕਲਰ, ਬੋਲਡ, ਇਟੈਲਿਕ, ਅੰਡਰਲਾਈਨ ਐਂਡ ਅਦਰ ਰਿਲੇਟਡ ਪੈਰਾਮੀਟਰਸ। ਉਹ ਕਿਹੜੀ ਤਕਨੀਕ ਹੈ ਜਾਂ ਕਿਹੜਾ ਤਰੀਕਾ ਹੈ ਜਿਸ ਦੀ ਵਰਤੋਂ ਕਰਕੇ ਤੁਸੀਂ ਫੌਂਟ ਸਟਾਈਲ, ਸਾਈਜ਼, ਕਲਰ ਜਾਂ ਹੋਰ ਇੱਦਾਂ ਦੇ ਕੰਮ ਕਰ ਸਕਦੇ ਹੋ, ਉਸਨੂੰ ਅਸੀਂ ਬੋਲਦੇ ਹਾਂ ਫਾਰਮੈਟਿੰਗ। ਸੋ ਇਹ ਸੀ ਕੁਝ ਮਲਟੀਪਲ ਚੁਆਇਸ ਕੁਐਸਚਨ। ਅੱਗੇ ਅਸੀਂ ਗੱਲ ਕਰਦੇ ਹਾਂ ਕੁਝ ਬਲੈਂਕਸ ਦੀ। ਡੈਸ਼ ਐਂਡ ਡੈਸ਼ ਫੰਕਸ਼ਨਸ ਯੂਜ਼ਡ ਟੂ ਫਾਈਂਡ ਦਾ ਮਿਨੀਮਮ ਐਂਡ ਮੈਕਸਿਮਮ ਵੈਲਿਊ ਇਨ ਅ ਰੇਂਜ। ਕਿਸੇ ਵੀ ਰੇਂਜ ਦੇ ਵਿੱਚ ਜਦੋਂ ਤੁਸੀਂ ਮਿਨੀਮਮ ਜਾਂ ਮੈਕਸਿਮਮ ਵੈਲਿਊਜ਼ ਨੂੰ ਫਾਈਂਡ ਆਊਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਹੜੇ ਫੰਕਸ਼ਨ ਦੀ ਵਰਤੋਂ ਕਰਦੇ ਹੋ। ਅਗਰ ਮਿਨੀਮਮ ਵੈਲਿਊਜ਼ ਨੂੰ ਫਾਈਂਡ ਆਊਟ ਕਰਨਾ ਹੈ ਤਾਂ ਤੁਸੀਂ MIN ਫੰਕਸ਼ਨ ਯੂਜ਼ ਕਰਦੇ ਹੋ ਅਤੇ ਮੈਕਸਿਮਮ ਲਈ MAX। ਸੈਕਿੰਡ, ਫਿਲਟਰ ਆਪਸ਼ਨ ਇਜ਼ ਅਵੇਲੇਬਲ ਇਨ ਡੈਸ਼ ਟੈਬ ਆਫ ਐਕਸਲ। ਐਕਸਲ ਦੀ ਕਿਹੜੀ ਟੈਬ ਦੇ ਵਿੱਚ ਫਿਲਟਰ ਆਪਸ਼ਨ ਅਵੇਲੇਬਲ ਹੁੰਦੀ ਹੈ ਉਸਨੂੰ ਅਸੀਂ ਬੋਲਦੇ ਹਾਂ ਡਾਟਾ ਟੈਬ। ਨੰਬਰ 3, if the cursor is placed at the end of the file then dash button is pressed to delete the text। ਜਦੋਂ ਸਾਡਾ ਕਰਸਰ ਬਿਲਕੁਲ ਲਾਸਟ ਤੇ ਹੁੰਦਾ ਹੈ ਤਾਂ ਅਸੀਂ ਕਿਹੜੇ ਬਟਨ ਨੂੰ ਪ੍ਰੈਸ ਕਰਦੇ ਹਾਂ ਕਿ ਸਾਡਾ ਡਾਕੂਮੈਂਟ ਦੇ ਵਿੱਚ ਟੈਕਸਟ ਡਿਲੀਟ ਹੋ ਜਾਵੇ। ਉਹ ਹੈ ਬੈਕ ਸਪੇਸ ਬਟਨ। ਨੰਬਰ 4, two options of orientation for page setup are dash and dash। ਪੇਜ ਦੀ ਜੋ ਓਰੀਐਂਟੇਸ਼ਨ ਹੁੰਦੀ ਹੈ ਉਹ ਕਿਹੜੀਆਂ ਦੋ ਆਪਸ਼ਨਸ ਹੁੰਦੀਆਂ ਹਨ ਜਿਸ ਨਾਲ ਅਸੀਂ ਉਸਨੂੰ ਚੇਂਜ ਕਰ ਸਕਦੇ ਹਾਂ। ਨੰਬਰ 1 ਪੋਰਟਰੇਟ, ਨੰਬਰ 2 ਲੈਂਡਸਕੇਪ। ਨੰਬਰ 5, ਡੈਸ਼ ਸਿੰਬਲ ਇਜ਼ ਯੂਜ਼ ਟੂ ਸਟਾਰਟ ਐਨੀ ਫਾਰਮੂਲਾ ਇਨ ਐਕਸਲ ਕੈਲਕੂਲੇਸ਼ਨਸ। ਐਕਸਲ ਦੇ ਕੈਲਕੂਲੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਿਹੜਾ ਸਿੰਬਲ ਯੂਜ਼ ਕਰਦੇ ਹਾਂ ਉਸਨੂੰ ਅਸੀਂ ਬੋਲਦੇ ਹਾਂ ਇਕੁਅਲ। ਤੁਸੀਂ ਐਕਸਲ ਦੇ ਵਿੱਚ ਅਗਰ ਕੋਈ ਵੀ ਫਾਰਮੂਲਾ ਜਾਂ ਫੰਕਸ਼ਨ ਟਾਈਪ ਕਰਨਾ ਚਾਹੁੰਦੇ ਹੋ ਤਾਂ ਇਕੁਅਲ ਸਿੰਬਲ ਯੂਜ਼ ਕਰਕੇ ਤੁਸੀਂ ਉਹ ਫਾਰਮੂਲਾ ਜਾਂ ਫੰਕਸ਼ਨ ਟਾਈਪ ਕਰ ਸਕਦੇ ਹੋ। ਅੱਗੇ ਅਸੀਂ ਗੱਲ ਕਰਦੇ ਹਾਂ ਕੁਝ ਵੈਰੀ ਸ਼ਾਰਟ ਆਨਸਰਸ ਦੀ। ਨੰਬਰ 1, ਰਾਈਟ ਦਾ ਫੁੱਲ ਫਾਰਮ ਆਫ WYSIWYG। ਇਸ ਦੀ ਫੁੱਲ ਫਾਰਮ ਕੀ ਹੁੰਦੀ ਹੈ। ਵਟ ਯੂ ਸੀ ਇਜ਼ ਵਟ ਯੂ ਗੈਟ। ਨੰਬਰ 2, ਰਾਈਟ ਦਾ ਸ਼ਾਰਟਕਟ ਕੀਜ਼ ਟੂ ਮੂਵ ਟੈਕਸਟ ਇਨ ਵਰਡ ਡਾਕੂਮੈਂਟ। ਕਿਸੇ ਵੀ ਵਰਡ ਡਾਕੂਮੈਂਟ ਦੇ ਵਿੱਚ ਅਗਰ ਤੁਸੀਂ ਟੈਕਸਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਮੂਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪਏਗਾ। ਸਭ ਤੋਂ ਪਹਿਲਾਂ ਤੁਸੀਂ ਉਸਨੂੰ ਸਿਲੈਕਟ ਕਰੋਗੇ, ਫਿਰ ਕੰਟਰੋਲ X ਕੀ ਦੇ ਨਾਲ, ਯਾਨੀ ਕਿ ਸ਼ਾਰਟਕਟ ਕੀਜ਼ ਨੇ, ਕੰਟਰੋਲ X ਕੀ ਦੇ ਨਾਲ ਤੁਸੀਂ ਉਸਨੂੰ ਕੱਟ ਕਰੋਗੇ ਅਤੇ ਜਿਸ ਜਗ੍ਹਾ 'ਤੇ ਤੁਸੀਂ ਉਸਨੂੰ ਮੂਵ ਕਰਨਾ ਚਾਹੁੰਦੇ ਹੋ ਉਸ ਜਗ੍ਹਾ ਦੇ ਉੱਪਰ
कंट्रोल V प्रेस करोगे तो वो टेक्स्ट मूव हो जाएगा। क्वेश्चन नंबर 3, राइट द नेम ऑफ 4 टाइप्स ऑफ ਅਲਾਈਨਮੈਂਟਸ। MS ਵਰਡ ਦੇ ਵਿੱਚ ਜਾਂ ਜਿੰਨੇ ਵੀ ਵਰਡ ਪ੍ਰੋਸੈਸਿੰਗ ਸੌਫਟਵੇਅਰ ਹੁੰਦੇ ਨੇ ਉਹਨਾਂ ਵਿੱਚ ਅਸੀਂ ਟੈਕਸਟ ਨੂੰ ਅਲਾਈਨ ਕਰ ਸਕਦੇ ਹਾਂ। 4 ਤਰ੍ਹਾਂ ਦੀਆਂ ਅਲਾਈਨਮੈਂਟ ਕਿਹੜੀਆਂ ਹੁੰਦੀਆਂ ਨੇ? ਲੈਫਟ, ਰਾਈਟ, ਸੈਂਟਰ ਅਤੇ ਜਸਟੀਫਾਈ। ਨੰਬਰ 4, which Excel function is used to combine contents from different cells into one cell? ਐਕਸਲ ਦੇ ਵਿੱਚ ਉਹ ਕਿਹੜਾ ਫੰਕਸ਼ਨ ਹੈ ਜੋ ਵੱਖ-ਵੱਖ ਸੈੱਲਾਂ ਦੇ ਵਿੱਚ ਲਿਖੇ ਗਏ ਕੰਟੈਂਟ ਨੂੰ ਇੱਕੋ ਸੈੱਲ ਦੇ ਵਿੱਚ ਕੰਬਾਈਨ ਕਰਦਾ ਹੈ? ਅਸੀਂ ਉਸ ਨੂੰ ਬੋਲਦੇ ਹਾਂ ਕਨਕੈਟੀਨੇਟ। ਕਨਕੈਟੀਨੇਟ ਤੋਂ ਕੀ ਭਾਵ ਹੁੰਦਾ ਹੈ ਕਿ ਅਗਰ ਦੋ ਸੈੱਲਾਂ ਦੇ ਵਿੱਚ ਵੱਖ-ਵੱਖ ਵੈਲਿਊਜ਼ ਨੂੰ ਲਿਖਿਆ ਗਿਆ ਹੈ ਤਾਂ ਤੁਸੀਂ ਦੋਨਾਂ ਵੈਲਿਊਜ਼ ਨੂੰ ਇਕੱਠਾ ਕਰ ਸਕਦੇ ਹੋ, ਯਾਨੀ ਕਿ ਦੋਨਾਂ ਵੈਲਿਊਜ਼ ਨੂੰ ਆਪਸ ਵਿੱਚ ਜੋੜ ਸਕਦੇ ਹੋ, ਅਟੈਚ ਕਰ ਸਕਦੇ ਹੋ ਜਾਂ ਕੰਬਾਈਨ ਕਰ ਸਕਦੇ ਹੋ। ਨੰਬਰ 5, write the name of any two fonts that can be used to type in Punjabi language। MS Word ਜਾਂ ਜਿੰਨੇ ਵੀ word processing software ਹੁੰਦੇ ਨੇ, if you want to type in Punjabi language then ਤੁਸੀਂ ਅਨਮੋਲ ਲਿਪੀ, ਰਾਵੀ, ਜੁਆਏ ਜਾਂ ਅਸੀਸ ਨਾਂ ਦੇ ਜਿਹੜੇ ਫੌਂਟ ਨੇ ਉਹਨਾਂ ਨੂੰ ਤੁਸੀਂ ਅਗਰ ਆਪਣੇ ਕੰਪਿਊਟਰ ਦੇ ਵਿੱਚ ਇੰਸਟਾਲ ਕਰ ਲੈਂਦੇ ਹੋ ਤਾਂ ਤੁਸੀਂ ਪੰਜਾਬੀ ਨੂੰ ਟਾਈਪ ਕਰ ਸਕਦੇ ਹੋ। ਅੱਗੇ ਅਸੀਂ ਗੱਲ ਕਰਦੇ ਹਾਂ ਕੁਝ ਸ਼ਾਰਟ ਕੁਐਸਚਨਸ ਦੀ। ਕੁਐਸਚਨ ਨੰਬਰ 1, ਵਾਟ ਇਜ਼ ਐਕਸਲ? ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਐਕਸਲ ਕੀ ਹੈ। ਐਕਸਲ ਇਜ਼ ਏ ਸਪਰੈਡਸ਼ੀਟ ਸੌਫਟਵੇਅਰ। Microsoft Excel is a powerful electronic spreadsheet program ਜਾਂ software. We can use it to prepare results, doing mathematical calculations, sorting of information and representing data in form of charts. Microsoft Excel ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਕਈ ਪ੍ਰਕਾਰ ਦੇ ਕੰਮ ਕਰਦੇ ਹਾਂ, ਜਿਵੇਂ ਤੁਸੀਂ ਕੈਲਕੂਲੇਸ਼ਨਸ ਕਰ ਸਕਦੇ ਹੋ, ਤੁਸੀਂ ਰਿਜ਼ਲਟ ਪ੍ਰਪੇਅਰ ਕਰ ਸਕਦੇ ਹੋ, ਤੁਸੀਂ ਡਾਟੇ ਨੂੰ ਸੌਰਟ ਕਰਕੇ ਲਿਖ ਸਕਦੇ ਹੋ, ਤੁਸੀਂ ਆਪਣੀ ਇਨਫੋਰਮੇਸ਼ਨ ਨੂੰ ਸੌਰਟ ਕਰ ਸਕਦੇ ਹੋ ਜਾਂ ਤੁਹਾਡੀ ਜੋ ਵੀ ਇਨਫੋਰਮੇਸ਼ਨ ਹੈ ਤੁਸੀਂ ਉਸਨੂੰ ਚਾਰਟ ਦੀ ਫਾਰਮ ਦੇ ਵਿੱਚ ਪੇਸ਼ ਕਰ ਸਕਦੇ ਹੋ ਕਿ ਤਾਂ ਜੋ ਉਸਨੂੰ ਸਮਝਣਾ ਅਤੇ ਪੜ੍ਹਨਾ ਆਸਾਨ ਹੋ ਜਾਵੇ। ਕੁਐਸਚਨ ਨੰਬਰ 2, ਐਕਸਪਲੇਨ ਫਾਰਮੈਟਿੰਗ ਇਨ ਡਿਟੇਲਸ। ਫਾਰਮੈਟਿੰਗ ਤੋਂ ਕੀ ਭਾਵ ਹੈ? ਛੋਟੇ ਸ਼ਬਦਾਂ ਦੇ ਵਿੱਚ ਅਗਰ ਗੱਲ ਕਰਦੇ ਹਾਂ ਤੇ ਫਾਰਮੈਟਿੰਗ ਤੋਂ ਭਾਵ ਹੈ ਕਿ ਕਿਸੇ ਵੀ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ ਆਪਣੇ ਲਿਖੇ ਗਏ ਟੈਕਸਟ ਨੂੰ ਸਜਾਉਣਾ। ਸਜਾਉਣ ਲਈ ਤੁਸੀਂ ਕਈ ਪ੍ਰਕਾਰ ਦੇ ਮੈਥਡ ਯੂਜ਼ ਕਰਦੇ ਹੋ, ਲਾਈਕ ਤੁਸੀਂ ਉਸਦਾ ਕਲਰ ਚੇਂਜ ਕਰਦੇ ਹੋ, ਬੈਕਗਰਾਊਂਡ ਚੇਂਜ ਕਰਦੇ ਹੋ, ਤੁਸੀਂ ਟੈਕਸਟ ਦਾ ਫੌਂਟ ਚੇਂਜ ਕਰਦੇ ਹੋ, ਸਟਾਈਲ ਚੇਂਜ ਕਰਦੇ ਹੋ। ਫਾਰਮੈਟਿੰਗ ਰੈਫਰਸ ਟੂ ਚੇਂਜਿੰਗ ਦਾ ਫੌਂਟ ਸਟਾਈਲ, for example increasing or decreasing the font size, performing bold, italic and underline operations on text। ਫਾਰਮੈਟਿੰਗ ਤੋਂ ਕੀ ਭਾਵ ਹੈ ਕਿ ਤੁਸੀਂ ਆਪਣੇ ਟੈਕਸਟ ਦੇ ਸਟਾਈਲ ਨੂੰ ਚੇਂਜ ਕਰਨਾ। ਉਦਾਹਰਨ ਦੇ ਤੌਰ ਤੇ ਟੈਕਸਟ ਨੂੰ ਸਾਈਜ਼ ਨੂੰ ਵਧਾਉਣਾ ਜਾਂ ਸਾਈਜ਼ ਨੂੰ ਘਟਾਉਣਾ, ਉਸ ਦੇ ਉੱਪਰ ਕਈ ਤਰ੍ਹਾਂ ਦੇ ਇਫੈਕਟ ਲਗਾਉਣੇ, ਲਾਈਕ ਉਸਨੂੰ ਬੋਲਡ ਕਰਨਾ, ਇਟੈਲਿਕ ਜਾਂ ਅੰਡਰਲਾਈਨ ਕਰਨਾ। ਵੀ ਕੈਨ ਚੇਂਜ ਦਾ ਅਪੀਅਰੈਂਸ ਆਫ ਟੈਕਸਟ ਐਂਡ ਗ੍ਰਾਫਿਕਸ ਵਿਦ ਦਾ ਹੈਲਪ ਆਫ ਫਾਰਮੈਟਿੰਗ ਆਪਸ਼ਨਸ। ਤੁਸੀਂ ਫਾਰਮੈਟਿੰਗ ਆਪਸ਼ਨਸ ਦੀ ਵਰਤੋਂ ਕਰਕੇ ਜੋ ਵੀ ਤੁਹਾਡਾ ਲਿਖਿਆ ਗਿਆ ਟੈਕਸਟ ਹੈ ਉਸਦੀ ਤੁਸੀਂ ਅਪੀਅਰੈਂਸ ਨੂੰ ਚੇਂਜ ਕਰ ਸਕਦੇ ਹੋ ਜਾਂ ਉਸਦੀ ਜੋ ਗ੍ਰਾਫਿਕ ਹੈ ਉਸਨੂੰ ਵੀ ਚੇਂਜ ਕਰ ਸਕਦੇ ਹੋ, ਕਲਰ ਲਗਾ ਸਕਦੇ ਹੋ। Text formatting options are available on the Home tab in MS Word, Excel or PowerPoint। MS Word, Excel ਜਾਂ PowerPoint ਦੀ ਜੋ Home tab ਹੁੰਦੀ ਹੈ ਉਸ ਵਿੱਚ ਟੈਕਸਟ ਦੀ ਫਾਰਮੈਟਿੰਗ ਨਾਲ ਸੰਬੰਧਿਤ ਜਿੰਨੀਆਂ ਵੀ ਕਮਾਂਡਸ ਜਾਂ ਜਿੰਨੀਆਂ ਵੀ ਆਪਸ਼ਨਸ ਨੇ ਉਹ ਸਾਰੀਆਂ ਹੀ ਮੌਜੂਦ ਹੁੰਦੀਆਂ ਹਨ। ਤੁਸੀਂ ਉਸ ਜਗ੍ਹਾ ਤੇ ਜਾ ਕੇ ਆਪਣੇ ਟੈਕਸਟ ਦੀ ਫਾਰਮੈਟਿੰਗ ਕਰ ਸਕਦੇ ਹੋ। ਕੁਐਸਚਨ ਨੰਬਰ 3, ਐਕਸਪਲੇਨ ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ ਆਪਸ਼ਨਸ। ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਆਪਸ਼ਨਸ ਤੋਂ ਕੀ ਭਾਵ ਹੈ? ਪ੍ਰਿੰਟ ਕਰਨ ਤੋਂ ਭਾਵ ਹੈ ਕਿ ਤੁਸੀਂ ਜੋ ਕੁਝ ਵੀ ਲਿਖਿਆ ਹੈ, ਟਾਈਪ ਕੀਤਾ ਹੈ, ਡਿਜ਼ਾਈਨ ਕੀਤਾ ਹੈ ਉਸ ਦਾ ਕਿਸੇ ਪੇਪਰ ਦੇ ਉੱਪਰ ਪ੍ਰਿੰਟ ਲੈਣਾ, ਜਾਣੀ ਕਿ ਉਸਦੀ ਇੱਕ ਹਾਰਡ ਕਾਪੀ ਤਿਆਰ ਕਰਨੀ। ਪ੍ਰਿੰਟ ਪ੍ਰੀਵਿਊ ਤੋਂ ਭਾਵ ਹੁੰਦਾ ਹੈ ਕਿ ਪ੍ਰਿੰਟ ਕਰਨ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਲਵੋ ਕਿ ਆਫਟਰ ਪ੍ਰਿੰਟਿੰਗ ਜੋ ਤੁਹਾਡਾ ਡਾਕੂਮੈਂਟ ਹੈ ਉਹ ਕਿਵੇਂ ਦਾ ਦਿਖਾਈ ਦੇਵੇਗਾ, ਉਸ ਨੂੰ ਅਸੀਂ ਪ੍ਰਿੰਟ ਪ੍ਰੀਵਿਊ ਬੋਲਦੇ ਹਾਂ। Print preview is a feature that displays on the screen what a document would look like when printed। Print preview ਦਾ ਕੀ ਕੰਮ ਹੈ? ਇੱਕ ਇੱਦਾਂ ਦੀ ਫੀਚਰ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਸਾਨੂੰ ਕਿਵੇਂ ਦਾ ਦਿਖਾਈ ਦੇਗਾ। When we click the print option in file menu, it automatically shows the preview of our documents। It means the print preview option is used to preview
our documents on the screen before getting its hard copy। ਜਦੋਂ ਵੀ ਅਸੀਂ ਪ੍ਰਿੰਟ ਕਮਾਂਡ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਨੂੰ ਇੱਕ ਆਪਸ਼ਨਸ ਇੱਕ ਡਾਇਲੌਗ ਬਾਕਸ ਓਪਨ ਹੁੰਦਾ ਹੈ ਜਿਸ ਦੇ ਵਿੱਚ ਇੱਕ ਪ੍ਰਿੰਟ ਪ੍ਰੀਵਿਊ ਸਾਨੂੰ ਦਿਖਾਈ ਦਿੰਦਾ ਹੈ, ਜਿਸ ਦਾ ਮਤਲਬ ਕੀ ਹੁੰਦਾ ਹੈ ਕਿ ਉਹ ਸਾਨੂੰ ਦੱਸਦਾ ਹੈ ਕਿ ਆਫਟਰ ਪ੍ਰਿੰਟਿੰਗ ਤੁਹਾਡਾ ਇਹ ਜੋ ਡਾਕੂਮੈਂਟ ਹੈ ਕਿਸ ਤਰ੍ਹਾਂ ਦਾ ਦਿਖਾਈ ਹੋਵੇਗਾ। ਅਗਰ ਉਹ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਨਹੀਂ ਹੈ ਤਾਂ ਤੁਸੀਂ ਉਸ ਨੂੰ ਚੇਂਜ ਵੀ ਕਰ ਸਕਦੇ ਹੋ, ਉਸਦੀ ਸੈਟਿੰਗ ਚੇਂਜ ਕਰ ਸਕਦੇ ਹੋ, ਤੁਸੀਂ ਉਸਦਾ ਮਾਰਜਨ ਚੇਂਜ ਕਰ ਸਕਦੇ ਹੋ, ਅਲਾਈਨਮੈਂਟ ਚੇਂਜ ਕਰ ਸਕਦੇ ਹੋ, ਕਈ ਪ੍ਰਕਾਰ ਦੇ ਕੰਮ ਕਰਨ ਤੋਂ ਬਾਅਦ ਤੁਸੀਂ ਪ੍ਰਿੰਟਿੰਗ ਕਰ ਸਕਦੇ ਹੋ। ਕੁਐਸਚਨ ਨੰਬਰ 4, ਵਾਟ ਆਰ ਫਾਰਮੂਲਾਜ਼ ਇਨ MS ਐਕਸਲ। ਇਸ ਤੋਂ ਭਾਵ ਕਿ ਐਕਸਲ ਦੇ ਵਿੱਚ ਫਾਰਮੂਲੇ ਕੀ ਹੁੰਦੇ ਹਨ। ਫਾਰਮੂਲੇ ਤੋਂ ਭਾਵ ਕਿ ਐਕਸਲ ਦੇ ਵਿੱਚ ਤੁਸੀਂ ਵੱਖ-ਵੱਖ ਸੈੱਲਾਂ ਨਾਲ ਜਦੋਂ ਕੈਲਕੂਲੇਸ਼ਨ ਕਰਦੇ ਹੋ ਤਾਂ ਤੁਸੀਂ ਕਈ ਪ੍ਰਕਾਰ ਦੇ ਫਾਰਮੂਲੇ ਤਿਆਰ ਕਰਦੇ ਹੋ ਜਿਨ੍ਹਾਂ ਨੂੰ ਯੂਜ਼ ਕਰਕੇ ਤੁਹਾਡੀਆਂ ਜੋ ਕੈਲਕੂਲੇਸ਼ਨਸ ਨੇ ਉਹ ਆਸਾਨ ਹੋ ਜਾਂਦੀਆਂ ਹਨ। In MS Excel, formulas can be used to perform different types of calculation for preparing results and fees related data। Excel ਦੇ ਵਿੱਚ ਜਿਹੜੇ ਫਾਰਮੂਲੇ ਹੁੰਦੇ ਨੇ ਕਈ ਪ੍ਰਕਾਰ ਦੀਆਂ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਨ ਲਈ ਯੂਜ਼ ਕੀਤੇ ਜਾਂਦੇ ਨੇ। In Excel, a formula always begin with equal symbol। Excel ਦੇ ਵਿੱਚ ਭਾਵੇਂ ਤੁਸੀਂ ਫੰਕਸ਼ਨ ਯੂਜ਼ ਕਰ ਰਹੇ ਹੋ ਅਤੇ ਭਾਵੇਂ ਤੁਸੀਂ ਫਾਰਮੂਲਾ ਯੂਜ਼ ਕਰ ਰਹੇ ਹੋ, ਉਹ ਦੋਨੋਂ ਹੀ ਇਕੁਅਲ ਸਿੰਬਲ ਦੇ ਨਾਲ ਯੂਜ਼ ਹੁੰਦੇ ਨੇ, ਯਾਨੀ ਕਿ ਸਭ ਤੋਂ ਪਹਿਲਾਂ ਅਸੀਂ ਇਕੁਅਲ ਦਾ ਸਿੰਬਲ ਲਿਖਦੇ ਹਾਂ, ਉਸ ਤੋਂ ਬਾਅਦ ਅਸੀਂ ਫਾਰਮੂਲਾ ਲਿਖਦੇ ਹਾਂ। ਯੂਜ਼ਲੀ we use cell reference in formulas along with the operators to perform calculations। ਫਾਰਮੂਲੇ ਦੇ ਵਿੱਚ ਅਸੀਂ ਸੈੱਲ ਦਾ ਜੋ ਐਡਰੈਸ ਹੁੰਦਾ ਹੈ ਉਹ ਟਾਈਪ ਕਰਦੇ ਹਾਂ ਅਤੇ ਉਸ ਦੇ ਨਾਲ ਕੁਝ ਆਪਰੇਟਰਸ ਟਾਈਪ ਕਰਦੇ ਹਾਂ ਅਤੇ ਆਪਣੀ ਕੈਲਕੂਲੇਸ਼ਨ ਨੂੰ ਪਰਫਾਰਮ ਕਰਦੇ ਹਾਂ। ਅਗਰ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਤੁਸੀਂ ਸਕਰੀਨ ਦੇ ਨੀਚੇ ਦੇਖ ਰਹੇ ਹੋ, ਅਸੀਂ ਲਿਖਿਆ ਇਕੁਅਲ D15 plus D18 plus D21। ਇਟ ਮੀਨਸ ਕਿ D15 ਜੋ ਸੈੱਲ ਹੈ ਉਸ ਦੀ ਵੈਲਿਊ ਦੇ ਵਿੱਚ D18 ਅਤੇ D21 ਦੀ ਜੋ ਵੈਲਿਊ ਹੈ ਸਾਰੀਆਂ ਹੀ ਐਡ ਹੋ ਜਾਣ। ਇਹ ਇੱਕ ਫਾਰਮੂਲਾ ਤਿਆਰ ਹੋ ਗਿਆ ਜਿਸ ਨੂੰ ਅਸੀਂ ਯੂਜ਼ ਕਰ ਰਹੇ ਹਾਂ ਤਿੰਨ ਵੈਲਿਊਜ਼ ਨੂੰ ਕੈਲਕੂਲੇਟ ਕਰਨ ਲਈ। ਅਗਲਾ ਕੁਐਸਚਨ ਨੰਬਰ 5 ਹੈ, what do you know about the formula bar in Excel। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਫਾਰਮੂਲਾ ਕੀ ਹੁੰਦਾ ਹੈ, ਉਸੇ ਤਰ੍ਹਾਂ ਐਕਸਲ ਦੇ ਵਿੱਚ ਇੱਕ ਲੋਕੇਸ਼ਨ ਹੁੰਦੀ ਹੈ, ਇੱਕ ਜਗ੍ਹਾ ਹੁੰਦੀ ਹੈ ਜਿਸ ਨੂੰ ਅਸੀਂ ਫਾਰਮੂਲਾ ਬਾਰ ਬੋਲਦੇ ਹਾਂ। ਫਾਰਮੂਲਾ ਬਾਰ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਕੰਪੋਨੈਂਟ ਆਫ MS Excel। MS Excel ਦਾ ਇੱਕ ਇੰਪੋਰਟੈਂਟ ਕੰਪੋਨੈਂਟ ਹੈ ਜਿਸ ਨੂੰ ਅਸੀਂ ਫਾਰਮੂਲਾ ਬਾਰ ਬੋਲਦੇ ਹਾਂ। ਦਾ ਫਾਰਮੂਲਾ ਬਾਰ ਇਜ਼ ਅਵੇਲੇਬਲ ਐਟ ਦਾ ਟੌਪ ਆਫ ਐਕਸਲ ਵਿੰਡੋ ਜਸਟ ਬਿਲੋ ਦੀ ਰਿਬਨ ਏਰੀਆ। ਅਗਰ ਤੁਸੀਂ ਰਿਬਨ ਏਰੀਆ ਤੋਂ ਨੀਚੇ ਦੇਖੋਗੇ ਤਾਂ ਉਸ ਤੋਂ ਨੀਚੇ ਇੱਕ ਤੁਹਾਨੂੰ ਲੋਕੇਸ਼ਨ ਦਿਖਾਈ ਦੇਗੀ, ਇੱਕ ਇਨਪੁਟ ਬਾਕਸ ਦਿਖਾਈ ਦੇਗਾ ਜਿਸ ਨੂੰ ਅਸੀਂ ਫਾਰਮੂਲਾ ਬਾਰ ਬੋਲਦੇ ਹਾਂ। ਫਾਰਮੂਲਾ ਬਾਰ shows the content of the currently selected cell or formula written in cell। ਜਦੋਂ ਵੀ ਅਸੀਂ ਕਿਸੇ ਸੈੱਲ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਉਸ ਸੈੱਲ ਦਾ ਜੋ ਵੀ ਕੰਟੈਂਟ ਹੋਏਗਾ ਜਾਂ ਉਸ ਸੈੱਲ ਦੇ ਵਿੱਚ ਜੋ ਵੀ ਫੰਕਸ਼ਨ ਜਾਂ ਫਾਰਮੂਲਾ ਟਾਈਪ ਕੀਤਾ ਗਿਆ ਹੋਏਗਾ ਉਹ ਸਾਰਾ ਹੀ ਸਾਨੂੰ ਫਾਰਮੂਲਾ ਬਾਰ ਦੇ ਵਿੱਚ ਦਿਖਾਈ ਦਿੰਦਾ ਹੈ। ਕੁਐਸਚਨ ਨੰਬਰ 6, what are margins। A margins is the space between content and the edge of our documents। ਅਗਰ ਅਸੀਂ ਆਪਣੇ ਡਾਕੂਮੈਂਟ ਦੀ ਗੱਲ ਕਰਦੇ ਹਾਂ, ਉਦਾਹਰਨ ਦੇ ਤੌਰ 'ਤੇ ਤੁਸੀਂ ਇਸ ਸਕਰੀਨ ਨੂੰ ਦੇਖ ਰਹੇ ਹੋ, ਜਿਵੇਂ ਇਸ ਬਾਰਡਰ ਤੋਂ ਲੈਫਟ ਸਾਈਡ ਜਾਂ ਬਾਰਡਰ ਤੋਂ ਉੱਪਰ ਜਾਂ ਬਾਰਡਰ ਤੋਂ ਨੀਚੇ ਜਾਂ ਰਾਈਟ ਸਾਈਡ 'ਤੇ ਜੋ ਜਗ੍ਹਾ ਹੈ ਅਸੀਂ ਇਸ ਨੂੰ ਮਾਰਜਨ ਬੋਲਦੇ ਹਾਂ। ਯਾਨੀ ਕਿ MS ਵਰਡ ਦੇ ਵਿੱਚ ਜੋ ਵੀ ਤੁਸੀਂ ਕੰਟੈਂਟ ਟਾਈਪ ਕੀਤਾ ਗਿਆ ਹੁੰਦਾ ਹੈ ਉਹ ਸੈਂਟਰ 'ਚ ਹੁੰਦਾ ਹੈ ਅਤੇ ਉੱਪਰ ਨੀਚੇ ਲੈਫਟ ਜਾਂ ਰਾਈਟ 'ਤੇ ਜੋ ਬਲੈਂਕ ਸਪੇਸ ਹੁੰਦੀ ਹੈ ਉਸ ਨੂੰ ਅਸੀਂ ਮਾਰਜਨ ਬੋਲਦੇ ਹਾਂ। By default, a new document's margin are set to normal, which mean it has a 1 inch space between content and each edge। By default ਜੋ ਸਾਡਾ MS Word ਦਾ ਡਾਕੂਮੈਂਟ ਹੁੰਦਾ ਹੈ ਉਸ ਦਾ ਜੋ ਮਾਰਜਨ ਹੁੰਦਾ ਹੈ ਨਾਰਮਲ ਹੁੰਦਾ ਹੈ, ਜਿਸ ਨੂੰ ਅਸੀਂ 1 ਇੰਚ ਮਾਰਜਨ ਬੋਲਦੇ ਹਾਂ। ਇਟ ਮੀਨਸ ਕਿ ਜੋ ਸਾਡੇ ਉੱਪਰ ਨੀਚੇ ਲੈਫਟ ਜਾਂ ਰਾਈਟ 'ਤੇ ਜੋ ਸਪੇਸ ਤੁਹਾਨੂੰ ਦਿਖਾਈ ਦੇ ਰਹੀ ਹੈ ਉਸ ਦਾ ਏਰੀਆ 1 ਇੰਚ ਹੋਏਗਾ, ਯਾਨੀ ਕਿ 1 ਇੰਚ ਉਹ ਖਾਲੀ ਹੋਏਗੀ। Word allows us to change the margin size in our documents as per our requirements। ਅਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਣੇ ਮਾਰਜਨ ਨੂੰ ਚੇਂਜ ਵੀ ਕਰ ਸਕਦੇ ਹਾਂ। ਸੋ ਇਹ ਸਨ ਤੁਹਾਡੇ ਛੋਟੇ ਕੁਐਸਚਨ। ਅੱਗੇ ਅਸੀਂ ਗੱਲ ਕਰਦੇ ਹਾਂ ਕੁਝ ਲੌਂਗ ਕੁਐਸਚਨਸ ਦੀ। ਕੁਐਸਚਨ ਨੰਬਰ 1, what are word processors। word processor ਕੀ ਹੁੰਦੇ ਨੇ ਅਤੇ ਉਹਨਾਂ ਦਾ ਅਸੀਂ ਯੂਜ਼ ਕੀ ਕਰਦੇ ਹਾਂ। A word processor is an application software that is used to prepare different types of documents। ਵਰਡ ਪ੍ਰੋਸੈਸਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਹੈ ਜਿਸ ਨੂੰ ਅਸੀਂ ਯੂਜ਼ ਕਰਦੇ ਹਾਂ ਵੱਖ-ਵੱਖ ਤਰ੍ਹਾਂ ਦੇ ਡਾਕੂਮੈਂਟਸ ਕ੍ਰੀਏਟ ਕਰਨ ਲਈ ਜਾਂ
ਜਿੰਨਾ ਵੀ ਤੁਸੀਂ ਟੈਕਸਟ ਬੇਸ ਕੰਮ ਕਰਦੇ ਹੋ, ਜੋ ਵੀ ਜਿੱਥੇ ਵੀ ਤੁਸੀਂ ਟੈਕਸਟ ਲਿਖਦੇ ਹੋ, ਉਹ ਸਾਰੇ ਹੀ ਕਿਸੇ ਨਾ ਕਿਸੇ ਵਰਡ ਪ੍ਰੋਸੈਸਰ ਵਿੱਚ ਲਿਖੇ ਜਾਂਦੇ ਹਨ। MS Word ਐਂਡ WordPad ਆਰ ਦਾ ਕਾਮਨ ਐਗਜ਼ਾਮਪਲਸ ਆਫ ਵਰਡ ਪ੍ਰੋਸੈਸਰ। MS Word, WordPad, ਨੋਟਪੈਡ ਜਾਂ ਹੋਰ ਇੱਦਾਂ ਦੇ ਕਈ ਵੀ ਸੋਫਟਵੇਅਰ ਹੁੰਦੇ ਹਨ ਜੋ ਵਰਡ ਪ੍ਰੋਸੈਸਰ ਦੀ ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। Common use of word processor are number 1 to prepare documents letters। ਅਸੀਂ word processor ਨੂੰ use ਕਰਕੇ documents ਜਾਂ letters type ਕਰ ਸਕਦੇ ਹਾਂ। to format the documents, ਜੋ ਵੀ ਤੁਸੀਂ type ਕੀਤਾ ਹੁੰਦਾ ਹੈ ਤੁਸੀਂ ਉਹਨੂੰ format ਕਰ ਸਕਦੇ ਹੋ, ਉਸ ਦਾ color change ਕਰ ਸਕਦੇ ਹੋ, design change ਕਰ ਸਕਦੇ ਹੋ, font change ਕਰ ਸਕਦੇ ਹੋ। to prepare letterheads for personal and business purpose, ਤੁਸੀਂ ਪਰਸਨਲ ਜਾਂ ਬਿਜ਼ਨਸ ਪਰਪਸ ਵਾਸਤੇ ਆਪਣੇ ਲੈਟਰ ਹੈਡ ਜਾਂ ਲੈਟਰ ਪੈਡ ਟਾਈਪ ਕਰ ਸਕਦੇ ਹੋ। ਟੂ ਡਿਜ਼ਾਈਨ ਡਿਫਰੈਂਟ ਟਾਈਪਸ ਆਫ ਡਾਕੂਮੈਂਟਸ ਸਚ ਐਜ਼ ਰੈਜ਼ਮੇਨਸ ਜਾਂ ਇਨਵੀਟੇਸ਼ਨ ਕਾਰਡਸ, ਤੁਸੀਂ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ। ਕੁਐਸਚਨ ਨੰਬਰ 2 ਦੀ ਅਸੀਂ ਗੱਲ ਕਰਦੇ ਹਾਂ, ਡਿਸਕ੍ਰਾਈਬ ਦੀ ਪ੍ਰੂਫਿੰਗ ਆਪਸ਼ਨ ਇਨ MS Word। MS Word ਦੇ ਵਿੱਚ ਪ੍ਰੂਫਿੰਗ ਆਪਸ਼ਨ ਕੀ ਹੁੰਦੀ ਹੈ? ਵਰਡ ਕੈਨ ਆਲਸੋ ਪ੍ਰੂਫ ਰੀਡ ਔਰ ਡਾਕੂਮੈਂਟਸ ਟੂ ਹਾਈਲਾਈਟ ਅਦਰ ਪੋਸੀਬਲ ਮਿਸਟੇਕਸ। ਜੋ MS Word ਹੈ ਉਹ ਸਾਡੇ ਡਾਕੂਮੈਂਟਸ ਨੂੰ ਆਟੋਮੈਟਿਕਲੀ ਰੀਡ ਕਰਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਅਸੀਂ ਕਿਸ ਜਗ੍ਹਾ ਦੇ ਉੱਪਰ ਮਿਸਟੇਕਸ ਕੀਤੀਆਂ ਹੁੰਦੀਆਂ ਨੇ। ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਕਿਸੇ ਜਗ੍ਹਾ 'ਤੇ ਕੋਮਾ ਲਗਾਇਆ ਹੈ, ਕਿਸੇ ਜਗ੍ਹਾ ਤੇ ਕੋਮਾ ਨਹੀਂ ਲਗਾਇਆ, ਕਿਸੇ ਜਗ੍ਹਾ ਦੇ ਉੱਪਰ ਤੁਸੀਂ ਸਪੈਲਿੰਗ ਗਲਤ ਲਿਖੇ ਹਨ, ਕਿਸੇ ਜਗ੍ਹਾ ਦੇ ਉੱਪਰ ਤੁਸੀਂ ਗ੍ਰਾਮਰ ਗਲਤ ਲਿਖੀ ਹੈ। ਇਹ ਸਾਰੀਆਂ ਚੀਜ਼ਾਂ ਹੀ MS Word ਤੁਹਾਨੂੰ ਚੈੱਕ ਕਰਕੇ ਗਾਈਡ ਕਰਦਾ ਹੈ, ਜਿਸ ਨੂੰ ਅਸੀਂ ਪ੍ਰੂਫਿੰਗ ਬੋਲਦੇ ਹਾਂ। ਪ੍ਰੂਫਿੰਗ ਦੇ ਵਿੱਚ 2 ਤਰ੍ਹਾਂ ਦੀ ਆਪਸ਼ਨਸ ਹੁੰਦੀਆਂ ਹਨ। ਨੰਬਰ 1 ਆਟੋ ਕਰੈਕਟ। This option helps us to replace a misspelled word with the correct one automatically during typing text। ਜਦੋਂ ਵੀ ਅਸੀਂ ਟਾਈਪ ਕਰ ਰਹੇ ਹੁੰਦੇ ਹਾਂ ਤਾਂ MS Word ਆਟੋਮੈਟਿਕਲੀ ਸਾਡੇ ਗਲਤ ਲਿਖੇ ਗਏ ਸ਼ਬਦ ਨੂੰ ਕਰੈਕਟ ਕਰ ਦਿੰਦਾ ਹੈ, ਜਿਸ ਨੂੰ ਅਸੀਂ ਆਟੋ ਕਰੈਕਟ ਬੋਲਦੇ ਹਾਂ। ਨੰਬਰ 2 ਸਪੈਲਿੰਗ ਐਂਡ ਗ੍ਰਾਮਰ। MS Word also helps us to find and correct grammar and spelling errors in our documents। MS Word ਹੋਰ ਕੀ ਕਰਦਾ ਹੈ ਕਿ ਸਾਡੇ ਡਾਕੂਮੈਂਟ ਦੇ ਵਿੱਚ ਸਾਨੂੰ ਗਾਈਡ ਕਰਦਾ ਹੈ ਕਿ ਅਸੀਂ ਕਿਸ ਜਗ੍ਹਾ ਦੇ ਉੱਪਰ ਗ੍ਰਾਮਰ ਜਾਂ ਕੁਝ ਸਪੈਲਿੰਗ ਨੂੰ ਗਲਤ ਲਿਖਿਆ ਹੈ। Word display a red line under the misspelled word while green line is used to show the grammatical errors। ਅਗਰ ਅਸੀਂ ਕਿਸੇ ਸਪੈਲਿੰਗ ਨੂੰ ਗਲਤ ਲਿਖਿਆ ਹੈ ਤਾਂ MS Word ਉਸ ਨੀਚੇ ਇੱਕ ਰੈੱਡ ਕਲਰ ਦੀ ਜ਼ਿਗਜ਼ੈਗ ਲਾਈਨ ਡਰਾ ਕਰ ਦਿੰਦਾ ਹੈ, ਜੋ ਸਾਨੂੰ ਦੱਸਦੀ ਹੈ ਕਿ ਅਸੀਂ ਕਿਸੇ ਵਰਡ ਦੇ ਸਪੈਲਿੰਗ ਗਲਤ ਟਾਈਪ ਕੀਤੇ ਹਨ। ਅਗਰ ਤੁਸੀਂ ਗ੍ਰਾਮੈਟੀਕਲ ਕੋਈ ਮਿਸਟੇਕ ਕੀਤੀ ਹੈ ਤਾਂ ਉਸ ਨੀਚੇ ਇੱਕ ਗ੍ਰੀਨ ਲਾਈਨ ਸ਼ੋ ਹੋ ਜਾਂਦੀ ਹੈ ਕਿ ਉਸ ਜਗ੍ਹਾ ਦੇ ਉੱਪਰ ਤੁਸੀਂ ਗ੍ਰਾਮੈਟੀਕਲ ਕੋਈ ਮਿਸਟੇਕ ਕਰ ਰਹੇ ਹੋ। ਅਸੀਂ ਉਹਨਾਂ ਦੋਨਾਂ ਨੂੰ ਦੇਖ ਕੇ ਆਪਣੇ ਸਪੈਲਿੰਗ ਜਾਂ ਗ੍ਰਾਮਰ ਨੂੰ ਚੇਂਜ ਕਰ ਸਕਦੇ ਹਾਂ। ਸੋ ਇਸ ਚੀਜ਼ ਨੂੰ ਅਸੀਂ ਬੋਲਦੇ ਹਾਂ ਪ੍ਰੂਫਿੰਗ। ਸਪੈਲਿੰਗ ਜਾਂ ਗ੍ਰਾਮਰ ਚੈੱਕ ਕਰਨ ਲਈ ਤੁਸੀਂ F7 ਕੀ ਨੂੰ ਯੂਜ਼ ਕਰ ਸਕਦੇ ਹੋ। ਨੰਬਰ 3 ਐਕਸਪਲੇਨ ਦੀ ਪੇਜ ਸੈਟਅਪ ਐਂਡ ਪ੍ਰਿੰਟਿੰਗ ਆਪਸ਼ਨ ਅਵੇਲੇਬਲ ਇਨ ਐਕਸਲ। ਐਕਸਲ ਦੇ ਵਿੱਚ ਪੇਜ ਸੈਟਅਪ ਅਤੇ ਪ੍ਰਿੰਟਿੰਗ ਆਪਸ਼ਨ ਕੀ ਹੁੰਦੀ ਹੈ? A page setup allows us to change the structure and layout of pages in a document। ਕਿਸੇ ਵੀ ਡਾਕੂਮੈਂਟ ਦੇ ਵਿੱਚ ਸਾਡੇ ਪੇਜ ਦੀ ਜੋ ਲੇਆਊਟ ਹੈ ਜਾਂ ਜੋ ਸਟਰਕਚਰ ਹੈ ਉਸ ਨੂੰ ਅਸੀਂ ਚੇਂਜ ਕਰ ਸਕਦੇ ਹਾਂ ਪੇਜ ਸੈਟਅਪ ਆਪਸ਼ਨ ਦੀ ਮਦਦ ਦੇ ਨਾਲ। Using these options we can change the margins, page orientation like portrait or landscape, paper size and others। ਤੁਸੀਂ ਪੇਜ ਸੈਟਅਪ ਆਪਸ਼ਨ ਨੂੰ ਯੂਜ਼ ਕਰਕੇ ਆਪਣੇ ਡਾਕੂਮੈਂਟ ਦਾ ਮਾਰਜਨ ਸੈੱਟ ਕਰ ਸਕਦੇ ਹੋ, ਪੇਜ ਦੀ ਓਰੀਐਂਟੇਸ਼ਨ ਸੈੱਟ ਕਰ ਸਕਦੇ ਹੋ, ਲਾਈਕ ਤੁਸੀਂ ਲੈਂਡਸਕੇਪ ਕਰਨਾ ਚਾਹੁੰਦੇ ਹੋ ਕਿ ਤੁਸੀਂ ਪੋਰਟਰੇਟ ਕਰਨਾ ਚਾਹੁੰਦੇ ਹੋ। ਤੁਸੀਂ ਪੇਪਰ ਦੇ ਸਾਈਜ਼ ਨੂੰ ਸੈੱਟ ਕਰ ਸਕਦੇ ਹੋ ਕਿ ਤੁਸੀਂ A4 ਯੂਜ਼ ਕਰ ਰਹੇ ਹੋ, ਲੀਗਲ ਪੇਪਰ ਯੂਜ਼ ਕਰ ਰਹੇ ਹੋ, ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਆਪਸ਼ਨਸ ਉੱਥੇ ਅਵੇਲੇਬਲ ਹੁੰਦੀਆਂ ਨੇ, ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਆਪਣੇ ਪੇਜ ਦੀ ਸੈਟਿੰਗ ਨੂੰ ਕਰ ਸਕਦੇ ਹੋ। ਅਗਰ ਇਸ ਦੇ ਨਾਮ ਦੀ ਗੱਲ ਕਰੀਏ ਤਾਂ ਇਸ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਹੈ ਕਿ ਪੇਜ ਸੈਟਅਪ ਮੀਨਸ ਸੈਟਅਪ ਆਫ ਏ ਪੇਜ। ਜੋ ਵੀ ਤੁਸੀਂ ਟਾਈਪ ਕੀਤਾ ਹੈ ਤੁਸੀਂ ਉਸਨੂੰ ਪ੍ਰਿੰਟ ਕਰਨਾ ਚਾਹੁੰਦੇ ਹੋ, ਬਿਫੋਰ ਪ੍ਰਿੰਟਿੰਗ ਤੁਸੀਂ ਆਪਣੇ ਪੇਜ ਦੀ ਸੈਟਿੰਗ ਕਰ ਰਹੇ ਹੋ, ਉਸਨੂੰ ਅਸੀਂ ਬੋਲਦੇ ਹਾਂ ਪੇਜ ਸੈਟਅਪ। ਇਹ ਜਿੰਨੇ ਵੀ ਕੰਮ ਹੁੰਦੇ ਹਨ ਇਹ ਪੇਜ ਸੈਟਅਪ ਡਾਇਲੌਗ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੀਆਂ ਸੈਟਿੰਗਸ ਨੂੰ ਚੇਂਜ ਕਰ ਸਕਦੇ ਹੋ। ਨੈਕਸਟ ਪ੍ਰਿੰਟਿੰਗ ਆਪਸ਼ਨ ਕੀ ਹੁੰਦੀ ਹੈ? ਪ੍ਰਿੰਟਿੰਗ ਆਪਸ਼ਨਸ ਇਨਕਲੂਡ ਪ੍ਰਿੰਟ ਪ੍ਰੀਵਿਊ ਐਂਡ ਪ੍ਰਿੰਟ ਕਮਾਂਡ। ਪ੍ਰਿੰਟਿੰਗ ਆਪਸ਼ਨ ਦੇ ਵਿੱਚ ਤੁਹਾਡੇ ਕੋਲ 2 ਚੀਜ਼ਾਂ ਹੁੰਦੀਆਂ ਹਨ। ਜਦੋਂ ਤੁਸੀਂ ਪ੍ਰਿੰਟ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟ ਦਾ ਇੱਕ ਪ੍ਰਿੰਟ ਪ੍ਰੀਵਿਊ ਦੇਖਦੇ ਹੋ। ਅਗਰ ਤਾਂ ਉਹ ਤੁਹਾਡੀਆਂ ਰਿਕੁਆਇਰਮੈਂਟ ਨੂੰ ਪੂਰੀਆਂ ਕਰ ਰਿਹਾ ਹੈ ਤਾਂ ਤੁਸੀਂ ਉਸ ਦਾ ਪ੍ਰਿੰਟ ਕਰ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਹੈ ਕਿ ਕੁਝ ਚੇਂਜ ਕਰਨ ਦੀ ਲੋੜ ਹੈ ਤਾਂ ਤੁਸੀਂ ਪ੍ਰਿੰਟ ਪ੍ਰੀਵਿਊ ਦੇਖ ਕੇ ਆਪਣੇ ਡਾਕੂਮੈਂਟ ਵਿੱਚ ਚੇਂਜਸ ਨੂੰ ਪਰਫਾਰਮ ਕਰ ਸਕਦੇ ਹੋ। ਪ੍ਰਿੰਟ ਪ੍ਰੀਵਿਊ ਇਜ਼ ਅ ਫੀਚਰ ਦੈਟ ਡਿਸਪਲੇ ਔਨ ਦੀ ਸਕਰੀਨ ਵਾਟ ਅ ਡਾਕੂਮੈਂਟ ਵੁੱਡ ਲੁੱਕ ਲਾਈਕ ਵੈਨ ਪ੍ਰਿੰਟਡ।
ਪ੍ਰਿੰਟ ਪ੍ਰੀਵਿਊ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਆਪਣੇ ਡਾਕੂਮੈਂਟ ਨੂੰ ਪ੍ਰਿੰਟ ਕਰਾਂਗੇ ਤਾਂ ਸਾਡਾ ਡਾਕੂਮੈਂਟ ਐਗਜ਼ੈਕਟਲੀ ਕਿਵੇਂ ਦਾ ਦਿਖਾਈ ਦੇਵੇਗਾ। ਵੈਨ ਵੀ ਕਲਿੱਕ ਔਨ ਪ੍ਰਿੰਟ ਆਪਸ਼ਨ ਇਨ ਫਾਈਲ ਮੈਨਿਊ ਇਟ ਆਟੋਮੈਟਿਕਲੀ ਸ਼ੋ ਦਾ ਪ੍ਰੀਵਿਊ ਆਫ ਆਰ ਡਾਕੂਮੈਂਟਸ। ਜਦੋਂ ਅਸੀਂ ਪ੍ਰਿੰਟ ਪ੍ਰੀਵਿਊ ਆਪਸ਼ਨ ਦੇ ਉੱਪਰ ਕਲਿੱਕ ਕਰਦੇ ਹਾਂ ਜੋ ਫਾਈਲ ਮੈਨੂ ਦੇ ਵਿੱਚ ਹੁੰਦਾ ਹੈ ਤਾਂ ਉਹ ਸਾਨੂੰ ਆਟੋਮੈਟਿਕਲੀ ਹੀ ਪ੍ਰਿੰਟ ਪ੍ਰੀਵਿਊ ਦਿਖਾ ਦਿੰਦਾ ਹੈ। ਇਟ ਮੀਨਸ print preview option is used to preview our documents on the screen before getting its hard copy। ਇਸ ਤੋਂ ਕੀ ਭਾਵ ਹੈ ਕਿ ਪੇਪਰ ਦੇ ਉੱਪਰ ਪ੍ਰਿੰਟ ਕਰਨ ਤੋਂ ਪਹਿਲਾਂ ਸਾਡੇ ਡਾਕੂਮੈਂਟ ਦਾ ਇੱਕ ਓਵਰਵਿਊ ਸਾਨੂੰ ਦਿਖਾਈ ਦਿੰਦਾ ਹੈ ਕਿ ਸਾਡਾ ਡਾਕੂਮੈਂਟ ਕਿਵੇਂ ਦਾ ਹੋਵੇਗਾ ਆਫਟਰ ਪ੍ਰਿੰਟਿੰਗ। ਕੁਐਸਚਨ ਨੰਬਰ 4, what are the functions in Excel and explain any two functions with example। ਫੰਕਸ਼ਨਸ ਕੀ ਹੁੰਦੇ ਨੇ ਐਕਸਲ ਦੇ ਵਿੱਚ ਅਤੇ ਦੋ ਫੰਕਸ਼ਨਸ ਦੀ ਐਗਜ਼ਾਮਪਲ ਦਿਓ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਕਸਲ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਫੰਕਸ਼ਨਸ ਅਵੇਲੇਬਲ ਹੁੰਦੇ ਨੇ। ਫੰਕਸ਼ਨਸ ਦਾ ਮੁੱਖ ਕੰਮ ਕੀ ਹੈ ਕਿ ਸਾਡੀਆਂ ਕੈਲਕੂਲੇਸ਼ਨਸ ਨੂੰ ਆਸਾਨ ਕਰਨਾ। ਅਸੀਂ ਸਿਰਫ ਫੰਕਸ਼ਨ ਦਾ ਨਾਮ ਲਿਖਦੇ ਹਾਂ, ਆਪਣੀਆਂ ਜੋ ਰਿਕੁਆਇਰਡ ਵੈਲਿਊਜ਼ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਫੰਕਸ਼ਨ ਦੇ ਵਿੱਚ ਟਾਈਪ ਕਰਦੇ ਹਾਂ ਅਤੇ ਸਾਡੀ ਰਿਕੁਆਇਰਡ ਸਾਨੂੰ ਆਊਟਪੁੱਟ ਮਿਲਦੀ ਹੈ। ਅ ਫੰਕਸ਼ਨ is a predefined formula that performs calculations using specific value in a particular order। ਫੰਕਸ਼ਨ ਕੀ ਹੈ ਬੇਸਿਕਲੀ? ਫੰਕਸ਼ਨ ਇੱਕ ਪ੍ਰੀਡਿਫਾਈਨਡ ਫਾਰਮੂਲਾ ਆ ਜੋ ਤੁਹਾਡੇ ਐਕਸਲ ਦੇ ਵਿੱਚ ਪਹਿਲਾਂ ਤੋਂ ਹੀ ਸਟੋਰ ਆ। ਇਸ ਦਾ ਕੰਮ ਕੀ ਹੈ? ਇਸ ਦਾ ਸਿਰਫ ਇੱਕ ਹੀ ਕੰਮ ਹੈ ਕਿ ਇਹ ਵੱਖ-ਵੱਖ ਤਰ੍ਹਾਂ ਦੀਆਂ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਦਾ ਹੈ। Excel includes many common functions that can be used to quickly find the sum, average, count, etc। ਐਕਸਲ ਦੇ ਵਿੱਚ ਕਈ ਤਰ੍ਹਾਂ ਦੇ ਫੰਕਸ਼ਨ ਅਵੇਲੇਬਲ ਨੇ ਜਿਹੜਾ ਬੜੀਆਂ ਔਖੀਆਂ ਕੈਲਕੂਲੇਸ਼ਨਸ ਨੂੰ ਵੀ ਆਸਾਨ ਕਰਕੇ ਸਾਡੇ ਕੰਮ ਨੂੰ ਸੌਖਾ ਕਰ ਦਿੰਦਾ। ਉਦਾਹਰਨ ਦੇ ਤੌਰ 'ਤੇ ਅਗਰ ਅਸੀਂ ਐਗਜ਼ਾਮਪਲ ਲੈਂਦੇ ਹਾਂ ਦੋ ਫੰਕਸ਼ਨਸ ਦੀਆਂ ਤਾਂ ਸਭ ਤੋਂ ਜਿਹੜਾ ਆਮ ਯੂਜ਼ ਕਰਨ ਵਾਲਾ ਇੱਕ ਫੰਕਸ਼ਨ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਸਮ। ਸਮ ਦਾ ਕੀ ਕੰਮ ਹੈ ਕਿ ਵੱਖ-ਵੱਖ ਸੈੱਲਾਂ ਦੇ ਵਿੱਚ ਜੋ ਵੈਲਿਊਜ਼ ਨੇ ਉਹਨਾਂ ਨੂੰ ਇਹ ਆਪਸ ਵਿੱਚ ਐਡ ਕਰਦਾ, ਪਲੱਸ ਕਰਦਾ। ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਤੁਸੀਂ ਆਪਣੀ ਸਕਰੀਨ ਦੇ ਵਿੱਚ ਦੇਖ ਰਹੇ ਹੋ A, B ਅਤੇ C ਤਿੰਨ ਕਾਲਮ ਨੇ, ਤਿੰਨਾਂ ਦੇ ਵਿੱਚ ਕੁਝ ਵੈਲਿਊਜ਼ ਟਾਈਪ ਨੇ। ਅਸੀਂ D ਦੇ ਵਿੱਚ ਤਿੰਨਾਂ ਦਾ ਪਲੱਸ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਲਿਖਾਂਗੇ ਇਕੁਅਲ ਸਿੰਬਲ ਸਮ ਬ੍ਰੈਕਟ ਸਟਾਰਟ A1 ਕੋਲਨ C1, ਯਾਨੀ ਕਿ A1 ਤੋਂ ਲੈ ਕੇ ਜਿੱਥੋਂ ਤੱਕ ਤੁਸੀਂ ਕੈਲਕੂਲੇਸ਼ਨ ਕਰਨੀਆਂ ਚਾਹੁੰਦੇ ਹੋ ਕੋਲਨ ਤੋਂ ਬਾਅਦ ਉਸ ਸੈੱਲ ਦਾ ਐਡਰੈਸ ਲਿਖ ਦੋਗੇ, ਬ੍ਰੈਕਟ ਕਲੋਜ਼ ਕਰੋਗੇ, ਐਂਟਰ ਦਾ ਬਟਨ ਪ੍ਰੈਸ ਕਰੋਗੇ ਤਾਂ ਤਿੰਨਾਂ ਵੈਲਿਊਜ਼ ਦਾ ਸਮ ਸੈੱਲ ਨੰਬਰ D1 ਦੇ ਵਿੱਚ ਤੁਹਾਨੂੰ ਸ਼ੋ ਹੋਏਗਾ। ਉਸੇ ਤਰ੍ਹਾਂ ਇੱਕ ਹੋਰ ਫੰਕਸ਼ਨ ਹੈ ਕਾਊਂਟ। ਕਾਊਂਟ ਦੀ ਵਰਤੋਂ ਕਰਕੇ ਤੁਸੀਂ ਸੈੱਲ ਦੀ ਵੈਲਿਊਜ਼ ਨੂੰ ਕਾਊਂਟ ਕਰ ਸਕਦੇ ਹੋ ਕਿ ਟੋਟਲ ਕਿੰਨੀਆਂ ਵੈਲਿਊਜ਼ ਲਿਖੀਆਂ ਗਈਆਂ ਨੇ। ਸੋ ਇਹ ਸੀ ਫੰਕਸ਼ਨ ਅਤੇ ਉਹਨਾਂ ਦੀਆਂ ਦੋ ਐਗਜ਼ਾਮਪਲਸ। ਅੱਗੇ ਗੱਲ ਕਰਦੇ ਹਾਂ ਕਿ ਐਕਸਪਲੇਨ ਵੇਰੀਅਸ ਮੈਥਡਸ ਆਫ ਟਾਈਪਿੰਗ। ਟਾਈਪਿੰਗ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਟਾਈਪਿੰਗ ਤੋਂ ਕੀ ਭਾਵ ਕਿ ਤੁਸੀਂ ਕਿਸੇ ਵੀ ਇਨਪੁੱਟ ਡਿਵਾਈਸ ਨੂੰ ਯੂਜ਼ ਕਰਕੇ ਟਾਈਪ ਕਰ ਰਹੇ ਹੋ। ਲਾਈਕ ਤੁਸੀਂ ਕੀਬੋਰਡ ਯੂਜ਼ ਕਰ ਰਹੇ ਹੋ, ਤੁਸੀਂ ਕੀਬੋਰਡ ਵੱਲ ਦੇਖ ਰਹੇ ਹੋ, ਟਾਈਪ ਕਰ ਰਹੇ ਹੋ, ਜਾਂ ਵਿਦਆਊਟ ਦੇਖੇ ਬਿਨਾਂ ਤੁਹਾਡੀਆਂ ਉਂਗਲਾਂ ਆਟੋਮੈਟਿਕਲੀ ਟਾਈਪ ਕਰ ਰਹੀਆਂ ਨੇ। ਟਾਈਪਿੰਗ ਇਜ਼ ਦਾ ਪ੍ਰੋਸੈਸ ਆਫ ਰਾਈਟਿੰਗ ਟੈਕਸਟ ਬਾਏ ਪ੍ਰੈਸਿੰਗ ਕੀਜ਼ ਔਨ ਟਾਈਪਰਾਈਟਰ, ਕੰਪਿਊਟਰ, ਕੀਬੋਰਡ। ਟਾਈਪਿੰਗ ਬੇਸਿਕਲੀ ਕੀ ਆ? ਇੱਕ ਪ੍ਰੋਸੈਸ ਆ ਜਿਸ ਵਿੱਚ ਕੀ ਹੁੰਦਾ ਕਿ ਤੁਸੀਂ ਕਿਸੇ ਟਾਈਪਰਾਈਟਰ ਜਾਂ ਕੰਪਿਊਟਰ ਦੇ ਕੀਬੋਰਡ ਦੀਆਂ ਕੀਜ਼ ਨੂੰ ਪ੍ਰੈਸ ਕਰਦੇ ਹੋ ਤਾਂ ਤੁਹਾਡੀਆਂ ਪ੍ਰੈਸ ਕੀਤੀਆਂ ਜੋ ਵੀ ਕੀਜ਼ ਨੇ ਉਹਨਾਂ ਦੀ ਆਊਟਪੁੱਟ ਤੁਹਾਡੀ ਸਕਰੀਨ ਉੱਪਰ ਦਿਖਾਈ ਦਿੰਦੀ ਆ ਟੈਕਸਟ ਦੀ ਫਾਰਮ ਦੇ ਵਿੱਚ। ਟੈਕਸਟ ਕੈਨ ਬੀ ਇਨ ਦਾ ਫਾਰਮ ਆਫ ਲੈਟਰਸ, ਨੰਬਰ ਐਂਡ ਅਦਰ ਸਿੰਬਲਸ। ਟੈਕਸਟ ਦੇ ਵਿੱਚ ਕੀ ਹੋ ਸਕਦਾ ਹੈ? ਲੈਟਰਸ ਹੋ ਸਕਦੇ ਨੇ ਕਿਸੇ ਵੀ ਲੈਂਗੁਏਜ ਦੇ, ਸਿੰਬਲਸ ਹੋ ਸਕਦੇ ਨੇ, ਨੰਬਰਸ ਹੋ ਸਕਦੇ ਨੇ, ਡਿਜਿਟਸ ਹੋ ਸਕਦੇ ਨੇ। ਫੋਰ ਟਾਈਪਿੰਗ ਔਨ ਕੰਪਿਊਟਰ ਸਿਸਟਮ ਵੀ ਕੈਨ ਯੂਜ਼ ਫੋਲੋਇੰਗ ਟੈਕਨੀਕਸ। ਦੋ ਟੈਕਨੀਕਸ ਹੁੰਦੀਆਂ ਨੇ ਕੰਪਿਊਟਰ ਦੇ ਵਿੱਚ ਟਾਈਪ ਕਰਨ ਲਈ। ਨੰਬਰ 1 ਟੱਚ ਟਾਈਪਿੰਗ, ਨੰਬਰ 2 ਵੌਇਸ ਟਾਈਪਿੰਗ। ਦੋਨਾਂ ਬਾਰੇ ਤੁਸੀਂ ਜਾਣਦੇ ਹੋ ਜਿਵੇਂ ਇਹਨਾਂ ਦਾ ਨਾਮ ਤੋਂ ਸ਼ੋ ਹੁੰਦਾ ਹੈ। ਟੱਚ ਟਾਈਪਿੰਗ ਤੋਂ ਕੀ ਭਾਵ ਹੁੰਦਾ ਹੈ ਕਿ ਤੁਸੀਂ ਕੀਬੋਰਡ ਦੀ ਮਦਦ ਦੇ ਨਾਲ ਟਾਈਪ ਕਰ ਰਹੇ ਹੋ ਬਟ ਤੁਹਾਡੀਆਂ ਫਿੰਗਰਸ ਨੇ ਇੰਨੀ ਕੁ ਜ਼ਿਆਦਾ ਪ੍ਰੈਕਟਿਸ ਕਰ ਲਈ ਹੈ ਕਿ ਤੁਸੀਂ ਕੀਬੋਰਡ ਤੋਂ ਦੇਖੇ ਬਗੈਰ ਹੀ ਆਪਣੇ ਕੰਪਿਊਟਰ ਦੇ ਵਿੱਚ ਟਾਈਪ ਕਰ ਰਹੇ ਹੋ। ਉਸਨੂੰ ਅਸੀਂ ਟੱਚ ਟਾਈਪਿੰਗ ਬੋਲਦੇ ਹਾਂ। ਟੱਚ ਟਾਈਪਿੰਗ ਇਜ਼ ਏ ਟੈਕਨੀਕ ਬਾਈ ਵਿਚ ਵੀ ਕੈਨ ਲਰਨ ਟਾਈਪਿੰਗ ਵਿਦ ਆਲ ਫਿੰਗਰਸ ਸਟੈਪ ਬਾਏ ਸਟੈਪ ਵਿਦਆਊਟ ਹੈਵਿੰਗ ਟੂ ਲੁੱਕ ਡਾਊਨ ਐਟ ਦੀ ਕੀਬੋਰਡ। ਟੱਚ ਟਾਈਪਿੰਗ ਕੀ ਹੈ ਕਿ ਕੀਬੋਰਡ 'ਤੇ ਵੇਖਿਓ ਬਗੈਰ ਤੁਹਾਡੀਆਂ ਫਿੰਗਰਸ ਨੇ ਆਟੋਮੈਟਿਕਲੀ ਹੀ ਟਾਈਪ ਕਰਨ। ਇਟ ਹੈਲਪਸ ਅਸ ਟੂ ਇਨਕਰੀਜ਼ ਆਰ ਟਾਈਪਿੰਗ ਸਪੀਡ। ਇਸ ਦਾ ਜੋ ਮੇਨ ਫਾਇਦਾ ਕੀ ਹੈ ਕਿ ਅਗਰ ਤਾਂ ਤੁਸੀਂ ਟੱਚ ਟਾਈਪਿੰਗ ਦੇ ਵਿੱਚ ਜ਼ਿਆਦਾ ਪ੍ਰੈਕਟਿਸ ਕਰਦੇ ਹੋ ਤਾਂ ਉਸ ਨਾਲ ਤੁਹਾਡੀ ਜੋ ਸਪੀਡ ਹੈ ਟਾਈਪ ਕਰਨ ਦੀ ਉਹ ਕਾਫੀ
ਇਨਕਰੀਜ਼ ਹੋ ਜਾਵੇਗੀ। ਸੈਕਿੰਡ ਮੈਥਡ ਕੀ ਹੈਗਾ ਟਾਈਪ ਕਰਨ ਦਾ? ਵੌਇਸ ਟਾਈਪਿੰਗ, ਜਿਸ ਦੇ ਨਾਮ ਤੋਂ ਹੀ ਸ਼ੋ ਹੁੰਦਾ ਹੈ ਕਿ ਤੁਸੀਂ ਕੁਝ ਬੋਲਦੇ ਹੋ ਤਾਂ ਆਟੋਮੈਟਿਕਲੀ ਕੰਪਿਊਟਰ ਦੇ ਵਿੱਚ ਉਹ ਟਾਈਪ ਹੋ ਜਾਂਦਾ ਹੈ। ਜਿਵੇਂ ਤੁਸੀਂ ਮੋਬਾਈਲ ਦੇ ਵਿੱਚ ਅੱਜ ਕੱਲ੍ਹ ਦੇਖਦੇ ਹੋ, ਜਿਵੇਂ ਆਈਫੋਨ ਦੇ ਵਿੱਚ ਤੁਸੀਂ ਸੀਰੀ ਯੂਜ਼ ਕਰਦੇ ਹੋ, ਉਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਕਈ ਪ੍ਰਕਾਰ ਦੇ ਸੋਫਟਵੇਅਰ ਹੁੰਦੇ ਨੇ ਜੋ ਤੁਹਾਡੀ ਵੌਇਸ ਨੂੰ ਰਿਕੋਗਨਾਈਜ਼ ਕਰਦੇ ਨੇ ਅਤੇ ਜੋ ਵੀ ਤੁਸੀਂ ਬੋਲਦੇ ਹੋ ਉਸਨੂੰ ਉਹ ਤੁਹਾਡੇ ਕਿਸੇ ਵੀ ਵਰਡ ਪ੍ਰੋਸੈਸਿੰਗ ਸੌਫਟਵੇਅਰ ਦੇ ਵਿੱਚ ਟਾਈਪ ਕਰ ਦਿੰਦੇ ਨੇ। In this type of typing, techniques are used for typing that convert spoken words into text. Voice typing ਦੇ ਵਿੱਚ ਅਸੀਂ ਕੁਛ ਇੱਦਾਂ ਦੀਆਂ ਟੈਕਨੀਕਸ ਯੂਜ਼ ਕਰਦੇ ਹਾਂ ਜਾਂ ਕੁਛ ਇੱਦਾਂ ਦੇ ਸੌਫਟਵੇਅਰ ਯੂਜ਼ ਕਰਦੇ ਹਾਂ ਜਿਹੜੇ ਤੁਹਾਡੇ ਬੋਲੇ ਗਏ ਸ਼ਬਦਾਂ ਨੂੰ ਵਰਡਸ ਦੇ ਵਿੱਚ ਕਨਵਰਟ ਕਰ ਦਿੰਦੇ ਨੇ, ਟੈਕਸਟ ਵਿੱਚ ਕਨਵਰਟ ਕਰ ਦਿੰਦੇ ਨੇ। ਫੋਰ ਟਾਈਪਿੰਗ ਇਨ ਪੰਜਾਬੀ ਲੈਂਗੁਏਜ ਵੀ ਯੂਜ਼ਲੀ ਯੂਜ਼ ਲਿਪੀਕਾਰ ਪੰਜਾਬੀ ਐਪ ਇਨ ਮੋਬਾਈਲ। ਅਗਰ ਤੁਸੀਂ ਮੋਬਾਈਲ ਦੇ ਵਿੱਚ ਵੌਇਸ ਟਾਈਪਿੰਗ ਕਰਨਾ ਚਾਹੁੰਦੇ ਹੋ ਤਾਂ ਵੈਸੇ ਤਾਂ ਅੱਜ ਕੱਲ੍ਹ ਡਿਫਾਲਟ ਹੀ ਕਈ ਪ੍ਰਕਾਰ ਦੇ ਸੌਫਟਵੇਅਰ ਅਵੇਲੇਬਲ ਨੇ ਤੁਹਾਡੇ ਮੋਬਾਈਲ ਦੇ ਵਿੱਚ, ਪਰ ਅਗਰ ਤੁਸੀਂ ਪੰਜਾਬੀ ਟਾਈਪ ਕਰਨਾ ਚਾਹੁੰਦੇ ਹੋ ਆਪਣੇ ਮੋਬਾਈਲ ਦੇ ਵਿੱਚ ਤਾਂ ਲਿਪੀਕਾਰ ਨਾਂ ਦਾ ਇੱਕ ਸੌਫਟਵੇਅਰ ਹੈ ਜੋ ਤੁਹਾਡੇ ਮੋਬਾਈਲ ਦੇ ਵਿੱਚ ਟਾਈਪ ਕਰਨ ਲਈ ਤੁਹਾਡੀ ਹੈਲਪ ਕਰੇਗਾ। ਸੋ ਇਹ ਸਨ ਤੁਹਾਡੇ ਚੈਪਟਰ ਨੰਬਰ 1 ਦੇ ਕੁਐਸਚਨ ਐਂਡ ਆਨਸਰਸ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹਨਾਂ ਕੁਐਸਚਨ ਆਨਸਰਸ ਦੀ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।